ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਜਸਵਿੰਦਰ ਸਿੰਘ ਪਾਥਵੇ ਇਮੀਗ੍ਰੇਸ਼ਨ ਤੋਂ। ਦੋਸਤੋ, ਅੱਜ ਦੇ ਸਮੇਂ ਦੇ ਵਿੱਚ ਨਾ ਹਰ ਇੱਕ ਬੰਦੇ ਦੇ ਮਨ ਦੇ ਵਿੱਚ ਇੱਕ ਚਾਹ ਹੁੰਦਾ ਕਿ ਅਸੀਂ ਬਾਹਰਲੀ ਕੰਟਰੀ ਦੇ ਵਿੱਚ ਘੁੰਮਣ ਜਾਈਏ। ਕਿਤੇ ਵੀ ਬਹੁਤ ਸਾਰੇ ਲੋਕਾਂ ਦੇ ਕੋਈ ਨਾ ਕੋਈ ਰਿਲੇਟਿਵ ਨੇ ਬਾਹਰ, ਅਤੇ ਲੋਕਾਂ ਨੂੰ ਇਹ ਲੱਗਦਾ ਕਿ ਸਾਡੇ ਰਿਲੇਟਿਵ ਨੇ ਸਪੋਂਸਰ ਭੇਜ ਦੇਣੀ ਆ ਅਤੇ ਸਾਡਾ ਵੀਜ਼ਾ ਵੱਟ 'ਤੇ ਪਿਆ। ਪਰ ਨਹੀਂ, ਇੱਦਾਂ ਨਹੀਂ ਹੁੰਦਾ। ਫਸਟ ਆਫ ਆਲ, ਜਦੋਂ ਤੁਸੀਂ ਕੋਈ ਵੀ ਕਿਸੇ ਵੀ ਕੰਟਰੀ ਦਾ ਟੂਰਿਸਟ ਵੀਜ਼ਾ ਅਪਲਾਈ ਕਰਦੇ ਹੋ ਅਤੇ ਬੇਸਿਕਲੀ ਤੁਸੀਂ ਉਸ ਕੰਟਰੀ ਦੇ ਵਿੱਚ ਜਾਣ ਲਈ ਐਲੀਜੀਬਲ ਹੋ ਜਾਂ ਨਹੀਂ ਹੋ, ਉਸ ਚੀਜ਼ ਦਾ ਤੁਹਾਨੂੰ ਆਪਣੇ ਆਪ ਨੂੰ ਪਤਾ ਹੋਣਾ ਚਾਹੀਦਾ। ਇਕੱਲੀ ਸਪੋਂਸਰਸ਼ਿਪ ਹੀ ਇੱਕ ਵੀਜ਼ਾ ਨਹੀਂ ਹੁੰਦਾ ਕਿ ਹਾਂ ਵੀ ਤੁਹਾਡੇ ਕਿਸੇ ਸੱਜਣ ਮਿੱਤਰ ਨੇ ਤੁਹਾਨੂੰ ਸਪੋਂਸਰ ਭੇਜ ਦਿੱਤੀ ਅਤੇ ਤੁਹਾਡਾ ਵੀਜ਼ਾ ਲੱਗ ਹੀ ਜਾਣਾ ਹੈ। ਤੁਹਾਡੇ ਆਪਣੇ ਜਿਹੜੇ ਫਾਈਨੈਂਸ਼ੀਅਲ ਟਾਈਜ਼ ਨੇ, ਜਦੋਂ ਤੁਸੀਂ ਦੇਖਿਆ ਹੋਣਾ ਬਹੁਤ ਸਾਰੀਆਂ ਰਿਫਿਊਜ਼ਲਾਂ ਤੁਸੀਂ ਲੋਕਾਂ ਦੀਆਂ ਦੇਖੀਆਂ ਹੋਣੀਆਂ, ਸੁਣੀਆਂ ਹੋਣੀਆਂ। ਕਈ ਸੱਜਣ ਮਿੱਤਰਾਂ ਦੀ ਰਿਫਿਊਜ਼ਲ ਹੋ ਜਾਂਦੀ ਕਿ ਤੁਸੀਂ ਵਾਪਸ ਨਹੀਂ ਆਉਣਾ, ਤੁਹਾਡੇ ਫਾਈਨੈਂਸ਼ੀਅਲ ਸਰਕਮਸਟੈਂਸਿਸ ਨਹੀਂ ਠੀਕ ਹੈਗੇ ਇੰਡੀਆ ਦੇ ਵਿੱਚ। ਅਤੇ ਇਸ ਲਈ ਸਭ ਤੋਂ ਪਹਿਲਾਂ ਜਦੋਂ ਵੀ ਤੁਸੀਂ ਕੋਈ ਵੀ ਰਿਸ਼ਤੇਦਾਰ ਤੁਹਾਨੂੰ ਸਪੋਂਸਰ ਭੇਜਣ ਲਈ ਜਾਂ ਰਾਹਦਾਰੀ ਭੇਜਣ ਲਈ ਮੰਨਦਾ, ਅਤੇ ਤੁਸੀਂ ਸਭ ਤੋਂ ਪਹਿਲਾਂ ਕੀ ਹੈ ਕਿ ਆਪਣੀ ਜਿਹੜੀ ਫਾਈਲ ਦੀ ਪ੍ਰੈਪਰੇਸ਼ਨ ਆ ਉਹ ਪਹਿਲਾਂ ਕਰਨੀ ਸਟਾਰਟ ਕਰ ਦਿਓ। ਲਾਈਕ ਤੁਸੀਂ ਸਾਲ ਪਹਿਲਾਂ ਪੇਪਰ ਵਰਕ ਕਰਨਾ ਸ਼ੁਰੂ ਕਰ ਦਿਓ ਕਿ ਤੁਹਾਡੇ ਕੋਲ ਘੱਟੋ ਘੱਟ, ਅਗਰ ਤੁਸੀਂ ਹਸਬੈਂਡ ਵਾਈਫ ਚੱਲ ਹੋ, ਤੁਹਾਡੇ ਤੋਂ 10 ਤੋਂ 12 ਲੱਖ ਰੁਪਏ ਦੀ 5 ਤੋਂ 6 ਮਹੀਨੇ ਪੁਰਾਣੀ ਸੇਵਿੰਗ ਜਾਂ ਫਿਕਸਡ ਡਿਪੋਜ਼ਿਟ ਹੋਣੀ ਚਾਹੀਦੀ ਹੈ। ਔਰ ਨਾਲ ਦੀ ਨਾਲ ਤੁਹਾਡੀ ਜਿਹੜੀ ਇਨਕਮ ਹੈ ਉਹ ਮੋਰ ਦੈਨ 6 to 7 ਲੱਖ ਐਨੂਅਲੀ ਹੋਣੀ ਚਾਹੀਦੀ ਹੈ, ਚਾਹੇ ਉਹ ਤੁਸੀਂ ਕੋਈ ਬਿਜ਼ਨਸ ਦੀ ਦਿਖਾ ਦਿਓ, ਚਾਹੇ ਉਹ ਐਗਰੀਕਲਚਰ ਦਿਖਾ ਦਿਓ। ਹੁਣ ਗੱਲ ਰਹੀ ਬਿਜ਼ਨਸ ਇਨਕਮ ਦੀ। ਅਗਰ ਤੁਸੀਂ ਕਿਸੇ ਵੀ ਕੰਟਰੀ ਦਾ ਟੂਰਿਸਟ ਵੀਜ਼ਾ ਲੈਣਾ ਚਾਹੁੰਦੇ ਹੋ, 100% ਲੈਣਾ ਚਾਹੁੰਦੇ ਹੋ, ਤਾਂ ਤੁਹਾਡੇ ਕੋਲ ਘੱਟੋ ਘੱਟ ਪਿਛਲੇ 3 ਸਾਲਾਂ ਦੀਆਂ ਇਨਕਮ ਟੈਕਸ ਰਿਟਰਨਸ ਹੋਣੀਆਂ ਚਾਹੀਦੀਆਂ, ਜੋ ਕਿ ਮੋਰ ਦੈਨ 5 ਲੱਖ ਹੋਣ ਪਿਛਲੀਆਂ 3 ਸਾਲ ਦੀਆਂ ਰਿਟਰਨ। ਔਰ ਜੋ ਵੀ ਤੁਸੀਂ ਬਿਜ਼ਨਸ ਸ਼ੋਅ ਕਰ ਰਹੇ ਹੋ, ਇਕੱਲਾ ਇਨਕਮ ਟੈਕਸ ਦੇ ਵਿੱਚ ਇਹ ਨਾ ਸ਼ੋਅ ਕਰ ਦਿਓ ਕਿ ਹਾਂਜੀ ਬਿਜ਼ਨਸ ਦੀ ਇਨਕਮ ਭਰ ਦਿੱਤੀ ਜਾਂ ਇਸ ਚੀਜ਼ ਦਾ ਬਿਜ਼ਨਸ ਓਨਰ ਆ। ਉਸ ਬਿਜ਼ਨਸ ਦੇ ਪ੍ਰੂਫਸ ਵੀ ਨਾਲ ਲਗਾਓ। ਬਿਜ਼ਨਸ ਦੇ ਪ੍ਰੂਫਸ ਲਾਈਕ ਤੁਸੀਂ ਉਸ ਫਰਮ ਦੀ ਕੋਈ ਰਜਿਸਟ੍ਰੇਸ਼ਨ ਕਰਵਾਈ ਹੋਵੇ, ਜਾਂ ਤੁਸੀਂ ਦੇਖਿਆ ਹੋਵੇਗਾ ਫਾਰਮ F&B, ਔਰ ਫਰਮ ਦਾ ਜਿਹੜਾ ਕਰੰਟ ਅਕਾਊਂਟ ਸਟੇਟਮੈਂਟ ਨੂੰ ਮੇਨਟੇਨ ਕਰੋ, ਠੀਕ ਹੈ ਜੀ, ਜਿਹੜੀ ਕਿ ਤੁਹਾਡੇ ਬਿਜ਼ਨਸ ਹੋਣ ਦਾ ਇੱਕ ਸਬੂਤ ਆ। ਇਕੱਲੀ ਰਿਟਰਨ ਤੁਹਾਡਾ ਸਬੂਤ ਨਹੀਂ ਹੈਗੀ। ਬਿਜ਼ਨਸ ਤੁਹਾਡੇ ਵਿਜ਼ਿਟਿੰਗ ਕਾਰਡਸ, ਤੁਹਾਡੀ ਕੰਪਨੀ ਦੇ ਲੈਟਰ ਹੈਡਸ, ਜੋ ਨਿੱਕੀਆਂ ਚੀਜ਼ਾਂ ਨੇ, ਇਹ ਤੁਹਾਡੇ ਬਿਜ਼ਨਸ ਹੋਣ ਦਾ ਪ੍ਰੂਫ ਨੇ। ਅਤੇ ਬਹੁਤ ਸਾਰੇ ਦੋਸਤ ਨੇ ਰਿਟਰਨ ਭਰ ਦਿੰਦੇ ਜੀ, ਫਾਈਲ ਲਾ ਦਿਓ ਜੀ ਵੀਜ਼ਾ, ਬਟ ਉਹ ਫਾਈਨੈਂਸ਼ੀਅਲ ਟਾਈਜ਼ 'ਤੇ ਵੀਜ਼ਾ ਰਿਫਿਊਜ਼ ਹੋ ਜਾਣਾ। ਇਸ ਲਈ ਦੋਸਤੋ, ਅਗਰ ਤੁਸੀਂ ਕੋਈ ਵੀ ਆਪਣਾ ਟੂਰਿਸਟ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ, ਅਪਲਾਈ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਸਹੀ ਗਾਈਡੈਂਸ ਦੀ ਲੋੜ ਆ, ਅਤੇ ਉਹ ਗਾਈਡੈਂਸ ਅਸੀਂ ਫ੍ਰੀ ਆਫ ਕੋਸਟ ਤੁਹਾਨੂੰ ਪ੍ਰੋਵਾਈਡ ਕਰਾਵਾਂਗੇ। ਤੁਸੀਂ ਆਪਣੇ ਪੇਪਰਾਂ ਨੂੰ ਕਿੱਦਾਂ ਤਿਆਰ ਕਰਨਾ ਆ, ਸਟਾਰਟਿੰਗ ਤੋਂ ਲੈ ਕੇ ਵੀਜ਼ਾ ਲਾਉਣ ਲਈ, ਵੀਜ਼ਾ ਅਪਲਾਈ ਕਰਨ ਲਈ ਕਾਹਲੇ ਨਾ ਪਿਆ ਕਰੋ। ਪਹਿਲਾਂ ਇਹ ਦੇਖਿਆ ਕਰੋ ਵੀਜ਼ਾ ਆਉਣਾ ਕਿ ਨਹੀਂ ਆਉਣਾ। ਰਿਫਿਊਜ਼ ਕਰਵਾਉਣ ਤੋਂ ਬਾਅਦ ਫਿਰ ਤੁਸੀਂ ਪੇਪਰ ਵਰਕ ਰੈਡੀ ਕਰਦੇ, ਫਿਰ ਉਹਦਾ ਕੋਈ ਫਾਇਦਾ ਨਹੀਂ, ਕਿਉਂਕਿ ਜਦੋਂ ਕਹਿੰਦੇ ਹੁੰਦੇ ਨਾ ਬਈ ਤੀਰ ਕਮਾਨ 'ਚੋਂ ਨਿਕਲ ਗਿਆ ਅਤੇ ਉਹ ਮੁੜ ਕੇ ਵਾਪਸ ਨਹੀਂ ਆਉਂਦਾ। ਅਤੇ ਇਸ ਲਈ ਕਿ ਇੱਕ ਵਾਰੀ ਫਸਟ ਆਫ ਆਲ ਤੁਸੀਂ ਆਪਣੇ ਪੇਪਰਾਂ ਨੂੰ ਚੰਗੀ ਤਰ੍ਹਾਂ ਸਟਰੋਂਗ ਤਰੀਕੇ ਨਾਲ, ਵਧੀਆ ਤਰੀਕੇ ਨਾਲ ਤੁਸੀਂ ਪੇਪਰਾਂ ਨੂੰ ਆਪਣੇ ਅਰੇਂਜ ਕਰੋ। ਦੈਨ ਉਸ ਤੋਂ ਬਾਅਦ ਤੁਸੀਂ ਆਪਣੀ ਵੀਜ਼ਾ ਫਾਈਲ ਲੌਂਚ ਕਰੋ। ਖੇਤੀਬਾੜੀ ਦੀ ਇਨਕਮ, ਖੇਤੀਬਾੜੀ ਜਦੋਂ ਤੁਸੀਂ ਕੋਈ ਵੀ ਐਪਲੀਕੈਂਟ ਆ, ਉਹ ਐਗਰੀਕਲਚਰਿਸਟ ਆ, ਉਹ ਐਗਰੀਕਲਚਰਿਸਟ ਕਿੱਦਾਂ ਆ, ਉਹ ਜਾਂ ਤਾਂ ਉਹ 'ਤੇ ਪਿਛਲੇ 3 ਸਾਲਾਂ ਤੋਂ ਐਗਰੀਕਲਚਰ ਇਨਕਮ ਦੀ ਰਿਟਰਨ ਭਰਦਾ ਹੋਵੇ, ਜੋ ਉਹਦੀ ਜੈਨੂਅਲੀ ਇਨਕਮ ਆ, ਉਹਨੇ ਉਹਦੇ ਜੇ ਫਾਰਮਸ ਉਹਨੂੰ ਸਾਲਾਨਾ ਆਉਂਦੇ ਹੋਣ, ਉਹ ਪੈਸੇ ਖਾਤੇ ਦੇ ਵਿੱਚ ਆਏ ਹੋਣ। ਅਤੇ ਫਰਦਾਂ, ਅਗਰ ਤੁਹਾਡੀ ਆਪਣੀ ਜ਼ਮੀਨ ਹੈ ਜਾਂ ਫਾਦਰ ਸਾਹਿਬ ਦੇ ਨਾਮ 'ਤੇ ਜਾਂ ਤੁਹਾਡੇ ਨਾਮ 'ਤੇ ਆ, ਉਹ ਜ਼ਮੀਨ ਦੀਆਂ ਫਰਦਾਂ, ਜੇ ਤੁਸੀਂ ਜ਼ਮੀਨ ਠੇਕੇ 'ਤੇ ਹਾਲੇ 'ਤੇ ਪਾਉਂਦੇ ਹੋ, ਅਤੇ ਉਹ ਜ਼ਮੀਨ ਦਾ ਪਟਾਨਾਮਾ ਜਾਂ ਕਰਾਰਨਾਮਾ ਤੁਹਾਡਾ ਹੋਣਾ ਚਾਹੀਦਾ ਹੈ, ਠੀਕ ਹੈ ਜੀ। ਇਹ ਚੀਜ਼ਾਂ ਬਹੁਤ ਜ਼ਰੂਰੀ ਨੇ ਛੋਟੀਆਂ ਟੂਰਿਸਟ ਵੀਜ਼ਾ ਲੈਣ ਨੂੰ। ਕਿਸੇ ਕੰਟਰੀ ਦਾ ਟੂਰਿਸਟ ਵੀਜ਼ਾ ਲੈਣਾ ਕੋਈ ਬਹੁਤ ਵੱਡੀ ਗੱਲ ਨਹੀਂ ਹੁੰਦੀ, ਬਟ ਇਹ ਹੈ ਕਿ ਤੁਹਾਡੇ ਜਿਹੜੇ ਫਾਈਨੈਂਸ਼ੀਅਲ ਟਾਈਜ਼ ਨੇ, ਜਿਹੜੇ ਫਾਈਨੈਂਸ਼ੀਅਲ ਸਰਕਮਸਟੈਂਸਿਸ ਨੇ, ਤੁਸੀਂ ਉਹ ਹਾਈ ਕਮਿਸ਼ਨ ਨੂੰ, ਵੀਜ਼ਾ ਆਫਿਸਰ ਦੇ ਅੱਗੇ ਕਿੱਦਾਂ ਰੀਪ੍ਰਜੈਂਟ ਕਰਦੇ ਹੋ, ਠੀਕ ਹੈ ਜੀ। ਹਰ ਬੰਦਾ ਆਪਣਾ 10-20-25 ਹਜ਼ਾਰ ਕਮਾਉਣ ਨੂੰ ਬੈਠਾ। ਤੁਸੀਂ ਕਿਸੇ ਕੋਲ ਜਾਂਦੇ ਹੋ, ਸਪਾਂਸਰ ਆਈ ਜੀ, ਫਾਈਲ ਲਾ ਦਿਓ ਜੀ, ਅਗਲੇ ਨੇ 25 ਹਜ਼ਾਰ ਲੈ ਲਿਆ, ਅਗਲੇ ਨੂੰ ਕੋਈ ਵੀਜ਼ਾ ਆਵੇ ਚਾਹੇ ਨਾ ਆਵੇ, ਅਗਲੇ ਨੂੰ ਕੋਈ ਲੈਣਾ ਦੇਣਾ ਨਹੀਂ। ਬਟ ਕੀ ਹੈ ਕਿ ਜਦੋਂ ਅਸੀਂ ਕਿਸੇ ਦੀ ਵੀਜ਼ਾ ਐਪਲੀਕੇਸ਼ਨ ਲੌਂਚ ਕਰਦੇ ਹਾਂ, ਅਸੀਂ ਇਸੇ ਆਸ ਨਾਲ ਲੌਂਚ ਕਰਦੇ ਹਾਂ ਕਿ ਹਰੇਕ ਨੂੰ ਖਿੜੇ ਮੱਥੇ ਮਿਲੀਏ, ਵੀਜ਼ਾ ਆਵੇ, ਅਤੇ ਅਸੀਂ ਖੁਸ਼ੀ ਨਾਲ ਉਹਨੂੰ ਖੁਸ਼ਖਬਰੀ ਦੇਈਏ ਕਿ ਹਾਂਜੀ ਤੁਹਾਡਾ ਵੀਜ਼ਾ ਗ੍ਰਾਂਟ ਹੋ ਗਿਆ, ਅਤੇ ਤੁਸੀਂ ਆਪਣੇ ਰਿਸ਼ਤੇਦਾਰਾਂ ਕੋਲ, ਆਪਣੇ ਫੈਮਿਲੀ ਮੈਂਬਰਸ ਨੂੰ ਮਿਲਣ ਜਾ ਸਕਦੇ ਆ। ਸਾਡਾ ਇਹ ਟਾਰਗੇਟ ਨਹੀਂ ਹੁੰਦਾ ਕਿ ਅਸੀਂ ਐਪਲੀਕੇਸ਼ਨ ਆਈ ਆ ਜੀ, ਫੜੀ ਆ ਜੀ, ਲੌਂਚ ਕਰਤੀ ਆ, ਹਾਂ ਜਾਂ ਨਾ। ਇਹ ਕੰਮ ਬਹੁਤ ਲੋਕ ਕਰਨ ਬੈਠੇ ਨੇ, ਬਟ ਸਹੀ ਮੈਨੇ 'ਚ ਪਹਿਲਾਂ ਤੁਹਾਨੂੰ ਆਪਣਾ ਪੇਪਰ ਵਰਕ ਅਰੇਂਜ ਕਰਨਾ ਚਾਹੀਦਾ। ਉਹ ਪੇਪਰ ਕਿੱਦਾਂ ਅਰੇਂਜ ਕਰਨੇ ਆ, ਕਿਸ ਤਰੀਕੇ ਨਾਲ ਅਰੇਂਜ ਕਰਨੇ ਆ,
ਔਰ ਤੁਹਾਨੂੰ ਫੰਡ ਕਿੰਨੇ ਚਾਹੀਦੇ ਆ, ਕਿੱਦਾਂ ਤਰੀਕੇ ਨਾਲ ਅਰੇਂਜ ਕੀਤੇ ਜਾ ਸਕਦੇ ਆ। ਇਹ ਚੀਜ਼ਾਂ ਤੁਹਾਨੂੰ ਛੋਟੀਆਂ ਨੇ, ਬਹੁਤ ਵੱਡੀ ਗੱਲ ਨਹੀਂ ਹੈਗੀ। ਤੁਸੀਂ ਇੱਕ ਵਾਰੀ ਸਾਡੇ ਆਫਿਸ ਆਓ, ਬੈਠ ਕੇ ਕਾਉਂਸਲਿੰਗ ਲਵੋ। ਇੱਕ ਵਾਰੀ ਅਸੀਂ ਤੁਹਾਨੂੰ ਫ੍ਰੀ ਆਫ ਕੋਸਟ ਪੇਪਰ ਵਰਕ ਅਰੇਂਜ ਕਰਨ ਦੇ ਵਿੱਚ ਹੈਲਪ ਕਰਾਂਗੇ ਕਿ ਤੁਸੀਂ ਉਹ ਪੇਪਰਾਂ ਨੂੰ ਕਿੱਦਾਂ ਅਰੇਂਜ ਕਰਨਾ, ਕਿੱਦਾਂ ਤੁਸੀਂ ਫਾਈਨੈਂਸ਼ੀਅਲਸ ਨੂੰ ਆਪਣੀ ਅਰੇਂਜ ਕਰਨਾ। ਇੰਨਾ ਹੀ ਕਹਿੰਦਾ ਹੋਇਆ ਇਜਾਜ਼ਤ ਮੰਗਦਾ। ਧੰਨਵਾਦ। ਸਤਿ ਸ਼੍ਰੀ ਅਕਾਲ ਜੀ।